ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਬੱਚਿਆਂ ਲਈ ਚਾਕਲੇਟ ਦੇ ਕਿੰਡਰ ਬ੍ਰਾਂਡ ਅਧੀਨ ਵੇਚੇ ਗਏ ਕਈ ਪ੍ਰੋਡਕਟ ਸੈਲਮੋਨੇਲਾ ਵਾਇਰਸ ਕਰਕੇ ਮਾਰਕੀਟ ਵਿੱਚੋਂ ਵਾਪਸ ਮੰਗਵਾਏ ਗਏ। ਚੇਤਾਵਨੀ ਬਾਰੇ ਸਾਰੀ ਜਾਣਕਾਰੀ ਦੱਸਾਂਗੇ। ਸਰੀ ਵਿੱਚ ਇੱਕ ਘਰ 'ਚ ਗੋਲੀ ਚੱਲੀ, 33 ਸਾਲ ਦੇ ਵਿਅਕਤੀ ਨੂੰ ਲੱਗੀ ਗੋਲੀ। ਬ੍ਰਿਟਿਸ਼ ਕੋਲੰਬੀਆ ਬਾਰੇ ਤਾਜ਼ਾ ਅੰਕੜੇ, 1 ਸਾਲ ਵਿੱਚ ਲੱਖ ਤੋਂ ਜ਼ਿਆਦਾ ਵਿਅਕਤੀ ਰਹਿਣ ਦੇ ਲਈ ਆਏ। ਵੈਲਿਊ ਵਿਲੇਜ ਸਟੋਰਸ ਦੇ ਵਿੱਚ ਵੀ ਸਮਾਨ ਤੇ ਮਹਿੰਗਾਈ ਦਾ ਅਸਰ। ਦੱਸਾਂਗੇ ਕਿਹੜੇ 2 ਸਕੂਲਾਂ ਦੇ ਵਿਦਿਆਰਥੀਆਂ ਦੇ ਉੱਤੇ ਇੱਕ ਡੋਲਰਾਮਾ ਸਟੋਰ ਨੇ ਲਾਇਆ ਬੈਨ ਤੇ ਕਿਉਂ। 에ਅਰ ਕੈਨੇਡਾ ਨੇ ਵੈਨਕੂਵਰ ਤੋਂ ਦਿੱਲੀ ਲਈ ਫਲਾਈਟਾਂ ਰੱਦ ਕਰਨ ਦੇ ਬਾਰੇ ਤਾਜ਼ਾ ਕੀ ਐਲਾਨ ਕੀਤਾ, ਇਸ ਦੇ ਬਾਰੇ ਵੀ ਦਵਾਂਗੇ ਪੂਰੀ ਜਾਣਕਾਰੀ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਪ੍ਰੋਡਕਟਸ ਦੀਆਂ ਜਿਹੜੇ ਕਿ ਮਾਰਕੀਟ ਵਿੱਚੋਂ ਵਾਪਸ ਮੰਗਵਾਏ ਗਏ ਨੇ, ਜਿਨ੍ਹਾਂ ਦੇ ਨਾਲ ਸੈਲਮੋਨੇਲਾ ਵਾਇਰਸ ਹੋ ਸਕਦਾ ਹੈ, ਬੱਚਿਆਂ ਦੇ ਲਈ ਖਤਰਨਾਕ ਹੋ ਸਕਦਾ ਹੈ ਤੇ ਬੱਚਿਆਂ ਦੇ ਵਾਸਤੇ ਹੀ ਖਾਸ ਇਹ ਪ੍ਰੋਡਕਟ ਨੇ। ਚਾਕਲੇਟ ਦੇ ਕਿੰਡਰ ਬ੍ਰਾਂਡ ਦੇ ਅਧੀਨ ਵੇਚੇ ਗਏ ਨੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇਹ ਪ੍ਰੋਡਕਟ ਵਾਪਸ ਮੰਗਵਾਏ ਗਏ ਨੇ। ਜੇਕਰ ਤੁਸੀਂ ਆਪਣੇ ਬੱਚੇ ਦੇ ਲਈ ਇਹਨਾਂ ਵਿੱਚੋਂ ਕੋਈ ਵੀ ਪ੍ਰੋਡਕਟ ਲੈ ਕੇ ਆਂਦਾ ਹੈ ਤਾਂ ਉਸ ਨੂੰ ਤੁਰੰਤ ਸੁੱਟ ਦਿੱਤਾ ਜਾਵੇ ਜਾਂ ਵਾਪਸ ਕਰ ਦਿੱਤਾ ਜਾਵੇ, ਕਿਉਂਕਿ ਇਸ ਦੇ ਨਾਲ ਬੱਚੇ ਬਿਮਾਰ ਹੋ ਸਕਦੇ ਨੇ। ਸੈਲਮੋਨੇਲਾ ਵਾਇਰਸ ਹੋ ਸਕਦਾ ਹੈ ਜਿਸ ਨਾਲ ਪੇਟ ਦਰਦ, ਬੁਖਾਰ ਜਾਂ ਫਿਰ ਜੇਕਰ ਕੋਈ ਬੱਚਾ ਪਹਿਲਾਂ ਤੋਂ ਬਿਮਾਰ ਹੋਵੇ ਤਾਂ ਉਸ ਦੇ ਲਈ ਇਹ ਖਤਰਨਾਕ ਵੀ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਅੱਗੇ ਜੋ ਸਰੀ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਤੇ ਇੱਕ 33 ਸਾਲ ਦੇ ਵਿਅਕਤੀ ਨੂੰ ਗੋਲੀ ਲੱਗੀ ਹੈ, ਉਸ ਦੇ ਬਾਰੇ ਦੱਸਾਂਗੇ। ਸਾਊਥ ਸਰੀ ਵਿੱਚ ਇੱਕ ਘਰ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਇੱਕ ਡਿਟੈਚਡ ਘਰ ਜੋ ਕਿ 24 ਐਵੇਨਿਊ ਤੇ 152 ਏ ਸਟਰੀਟ ਦੇ ਉੱਤੇ ਮੌਜੂਦ ਹੈ। ਬੁੱਧਵਾਰ ਦੀ ਸਵੇਰ ਨੂੰ 1:30 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ ਪੁਲਿਸ ਨੂੰ ਗੋਲੀਆਂ ਚੱਲਣ ਦੇ ਬਾਰੇ ਪਤਾ ਲੱਗਿਆ। ਜਦੋਂ ਉਹ ਮੌਕੇ ਦੇ ਉੱਤੇ ਪਹੁੰਚੇ ਤਾਂ ਉੱਥੇ ਇੱਕ ਵਿਅਕਤੀ ਕਾਫੀ ਗੰਭੀਰ ਹਾਲਤ ਵਿੱਚ ਸੀ। 33 ਸਾਲ ਉਸ ਵਿਅਕਤੀ ਦੀ ਉਮਰ ਹੈ। ਹਸਪਤਾਲ ਜਦੋਂ ਉਸ ਨੂੰ ਪਹੁੰਚਾਇਆ ਗਿਆ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਬਚਣਾ ਬਹੁਤ ਮੁਸ਼ਕਲ ਹੈ, ਜਿਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਉਸ ਵਿਅਕਤੀ ਦੇ ਬਾਰੇ ਦੱਸਿਆ ਗਿਆ ਹੈ ਕਿ ਉਸ ਘਰ ਦੇ ਵਿੱਚ ਰਹਿੰਦਾ ਸੀ ਤੇ ਇਸ ਦੇ ਨਾਲ ਹੀ ਉਸ ਦੇ ਨਾਲ ਕਿਰਾਏ ਦੇ ਉੱਤੇ ਹੋਰ ਵੀ ਵਿਅਕਤੀ ਰਹਿੰਦੇ ਸਨ। ਇੱਕ ਟੀਵੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੇ ਵਿੱਚ ਉਸ ਘਰ ਦੇ ਵਿੱਚ ਰਹਿਣ ਵਾਲੇ ਇੱਕ ਦੂਜੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ ਤਾਂ ਉਸੇ ਸਮੇਂ ਉਸ ਨੂੰ 2 ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸਵੇਰ ਦੇ 1:30 ਵਜੇ ਦੇ ਨੇੜੇ। ਤੇ ਜਦੋਂ ਉਹ ਬਾਹਰ ਕਾਮਨ ਏਰੀਆ ਦੇ ਵਿੱਚ ਆਇਆ ਤਾਂ ਉੱਥੇ ਇੱਕ ਔਰਤ ਜੋ ਕਿ ਕਾਫੀ ਘਬਰਾਈ ਹੋਈ ਸੀ ਤੇ ਰੌਲਾ ਪਾ ਰਹੀ ਸੀ ਕਿ 911 ਤੇ ਫੋਨ ਕੀਤਾ ਜਾਵੇ। ਉਹਨਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਤੇ ਉੱਥੇ ਜੋ ਵਿਅਕਤੀ ਨੂੰ ਗੋਲੀ ਲੱਗੀ ਹੋਈ ਸੀ ਉਸ ਨੂੰ ਐਮਰਜੈਂਸੀ ਟੀਮ ਨੇ ਤੁਰੰਤ ਹਸਪਤਾਲ ਪਹੁੰਚਾਇਆ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਕੋਈ ਆਮ ਮਾਮਲਾ ਨਹੀਂ ਜਾਪਦਾ। ਇਸ ਦੀ ਅੱਗੇ ਹੋਰ ਜਾਂਚ ਕੀਤੀ ਜਾ ਰਹੀ ਹੈ। ਜਿਵੇਂ ਕਿ ਇਸ ਜਾਂਚ ਨੂੰ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਹਜੇ ਪੁਸ਼ਟੀ ਨਹੀਂ ਕੀਤੀ ਗਈ ਪਰ ਉਸ ਵਿਅਕਤੀ ਦੀ ਜਾਂਚ ਚਲੀ ਗਈ ਹੈ, ਕਿਉਂਕਿ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਕਤਲ ਦੇ ਮਾਮਲਿਆਂ ਦੀ ਜਾਂਚ ਹੀ ਕਰਦੀ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਇਸ ਦੇ ਬਾਰੇ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਬਾਰੇ ਜਾਣਕਾਰੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨਾਲ 187755144448 ਦੇ ਉੱਤੇ ਫੋਨ ਕਰਕੇ ਸਾਂਝੀ ਕੀਤੀ ਜਾ ਸਕਦੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਲਗਾਤਾਰ ਵੱਡੀ ਗਿਣਤੀ ਲੋਕ ਆ ਕੇ ਵਸ ਰਹੇ ਨੇ। ਹਰ ਸਾਲ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਤੇ ਸਾਲ 2021 ਦੇ ਅੰਕੜੇ ਜੋ ਸਾਹਮਣੇ ਆਏ ਨੇ ਉਸ ਦੇ ਵਿੱਚ ਸਾਹਮਣੇ ਆਇਆ ਕਿ ਹੁਣ ਤੱਕ ਪਿਛਲੇ ਕਈ ਦਹਾਕਿਆਂ ਤੋਂ ਅਜਿਹਾ ਨਹੀਂ ਸੀ ਹੋਇਆ ਕਿ ਇੱਕ ਸਾਲ ਦੇ ਵਿੱਚ ਇੰਨੇ ਰਿਕਾਰਡ ਤੋੜ ਗਿਣਤੀ ਦੇ ਵਿੱਚ ਵਾਧਾ ਹੋਇਆ ਹੋਵੇ ਕਿ ਲੋਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਲੱਗੇ ਹੋਣ। ਪਿਛਲੇ 60 ਸਾਲ ਤੋਂ ਹੁਣ ਤੱਕ ਅਜਿਹਾ ਕਦੀ ਨਹੀਂ ਹੋਇਆ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਆ ਕੇ ਰਹਿਣ ਲੱਗੇ ਹੋਣ। ਸਟੈਟਿਸਟਿਕਸ ਕੈਨੇਡਾ ਤੇ ਸੂਬਾ ਸਰਕਾਰ ਨੇ ਇੱਕ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਵਿੱਚ ਅੰਕੜੇ ਸਾਂਝੇ ਕੀਤੇ ਗਏ ਨੇ ਕਿ ਸਾਲ 1961 ਤੋਂ ਬਾਅਦ ਹੁਣ ਤੱਕ ਇੰਨੀ ਵੱਡੀ ਗਿਣਤੀ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਅੰਦਰ ਲੋਕ ਨਹੀਂ ਸਨ ਆਏ ਇੱਕ ਸਾਲ ਦੇ ਅੰਦਰ, ਜਿਸ ਦੇ ਬਾਰੇ ਦੱਸਿਆ ਗਿਆ ਕਿ ਸਾਲ 2021 ਵਿੱਚ 1,797 ਵਿਅਕਤੀ ਬ੍ਰਿਟਿਸ਼ ਕੋਲੰਬੀਆ ਵਿੱਚ ਆ ਕੇ ਰਹਿਣ ਲੱਗੇ ਨੇ, ਜੋ ਕਿ ਨਾ ਸਿਰਫ ਬਾਹਰਲੇ ਮੁਲਕਾਂ ਤੋਂ ਸਗੋਂ ਕੈਨੇਡਾ ਦੇ ਹੋਰ ਸੂਬਿਆਂ, ਟੈਰੀਟਰੀਜ਼ ਤੋਂ ਵੀ ਆਏ ਨੇ, ਜਿੱਥੇ ਤੋਂ ਆ ਕੇ ਉਹ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਰਹਿਣ ਲੱਗੇ ਨੇ ਤੇ ਇਹ ਅੰਕੜੇ ਇਸ ਦਾ ਸਬੂਤ ਨੇ, ਜਿਸ ਦੇ ਬਾਰੇ ਬੁੱਧਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਵੀ ਇੱਕ ਬਿਆਨ ਜਾਰੀ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਰਿਕਾਰਡ ਤੋੜ ਇਹ ਗਿਣਤੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇੰਨੀ ਵੱਡੀ ਗਿਣਤੀ ਲੋਕ ਆ ਕੇ ਰਹਿਣ ਲੱਗੇ ਨੇ,
ਜਿਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਉਹਨਾਂ ਨੂੰ ਸੁਰੱਖਿਅਤ ਤੇ ਵਧੀਆ ਭਵਿੱਖ ਬ੍ਰਿਟਿਸ਼ ਕੋਲੰਬੀਆ ਵਿੱਚ ਮਿਲੇਗਾ, ਜਿਸ ਦੇ ਲਈ ਉਹ ਵਚਨਬੱਧ ਨੇ ਕਿ ਵਧੀਆ ਸਰਵਿਸਿਜ਼ ਤੇ ਨਾਲ ਹੀ ਘਰਾਂ ਦੇ ਵਾਸਤੇ ਮਦਦ ਮੁਹੱਈਆ ਕਰਵਾਈ ਜਾਵੇਗੀ ਬ੍ਰਿਟਿਸ਼ ਕੋਲੰਬੀਆ ਵਿੱਚ। ਇਸ ਦੌਰਾਨ ਕੈਨੇਡਾ ਦੇ ਹੋਰ ਹਿੱਸਿਆਂ ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ 33,656 ਵਿਅਕਤੀ ਆ ਕੇ ਰਹਿਣ ਲੱਗੇ ਨੇ ਸਾਲ 2021 ਦੇ ਅੰਦਰ, ਜੋ ਕਿ ਸਾਲ 1994 ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਮੰਨਿਆ ਗਿਆ ਹੈ। ਤੇ ਬਾਕੀ ਬਾਹਰਲੇ ਮੁਲਕਾਂ ਤੋਂ ਆਏ ਨੇ ਜੋ ਕਿ ਆ ਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਲੱਗੇ ਨੇ, ਜਿਸ ਦੇ ਬਾਰੇ ਸੂਬਾ ਸਰਕਾਰ ਦੇ ਵੱਲੋਂ ਵੀ ਇਹ ਅੰਕੜੇ ਸਾਂਝੇ ਕੀਤੇ ਗਏ ਤੇ ਉਹਨਾਂ ਨੇ ਕਿਹਾ ਕਿ ਉਹ ਵੀ ਉਤਸ਼ਾਹਤ ਨੇ ਤੇ ਬਾਹਾਂ ਅੱਡ ਕੇ ਸਵਾਗਤ ਕਰਦੇ ਨੇ ਉਹਨਾਂ ਦਾ, ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਕੇ ਆਪਣਾ ਰਹਿਣ ਬਸੇਰਾ ਬਣਾਉਂਦੇ ਨੇ। ਜਿਵੇਂ ਕਿ ਕੈਨੇਡਾ ਭਰ ਵਿੱਚ ਮਹਿੰਗਾਈ ਇਸ ਸਮੇਂ ਲਗਾਤਾਰ ਵਧਦੀ ਹੀ ਜਾ ਰਹੀ ਹੈ, ਵੱਖੋ ਵੱਖਰੇ ਅਦਾਰਿਆਂ ਦੇ ਵਿੱਚ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਇਸ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ। ਤਾਂ ਦੂਜੇ ਪਾਸੇ ਜਿੱਥੇ ਵਰਤਿਆ ਹੋਇਆ ਸਮਾਨ ਦੁਬਾਰਾ ਤੋਂ ਵੇਚਿਆ ਜਾਂਦਾ ਹੈ, ਵੈਲਿਊ ਵਿਲੇਜ ਦੇ ਸਟੋਰ ਨੇ ਜੋ ਉਹਨਾਂ ਥਾਵਾਂ ਦੇ ਉੱਤੇ ਵੀ ਕਿਸ ਤਰ੍ਹਾਂ ਗ੍ਰਾਹਕ ਸਾਹਮਣਾ ਕਰ ਰਹੇ ਨੇ ਕਿ ਉਹਨਾਂ ਦੇ ਵੱਲੋਂ ਆਪਣੇ ਤਜਰਬੇ ਸਾਂਝੇ ਕੀਤੇ ਗਏ ਨੇ ਕਿ ਸਮਾਨ ਪਹਿਲਾਂ ਨਾਲੋਂ ਮਹਿੰਗਾ ਮਿਲ ਰਿਹਾ ਹੈ। ਜਿਵੇਂ ਕਿ ਕੈਨੇਡਾ ਭਰ ਵਿੱਚ ਮਹਿੰਗਾਈ ਇਸ ਸਮੇਂ ਸਿਖਰਾਂ ਤੇ ਹੈ, ਵੱਖੋ ਵੱਖਰੇ ਸਟੋਰਸ ਦੇ ਵਿੱਚ ਕਈ ਚੀਜ਼ਾਂ ਦੇ ਰੇਟ ਵੀ ਵੱਧ ਰਹੇ ਨੇ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਡੋਲਰਾਮਾ ਸਟੋਰ ਦੇ ਵੱਲੋਂ ਵੀ ਕਈ ਚੀਜ਼ਾਂ ਦੇ ਰੇਟ ਵਧਾਏ ਜਾ ਰਹੇ ਨੇ, ਜਿੱਥੇ ਕਿ ਸਭ ਤੋਂ ਮਹਿੰਗੀ ਚੀਜ਼ ਹੁਣ $5 ਤੱਕ ਦੀ ਵੀ ਹੋਇਆ ਕਰੇਗੀ। ਤਾਂ ਕੁਝ ਇਸੇ ਤਰ੍ਹਾਂ ਵੈਲਿਊ ਵਿਲੇਜ ਸਟੋਰਸ ਨੇ ਜੋ ਉੱਥੇ ਵੀ ਕਈ ਚੀਜ਼ਾਂ ਦੀਆਂ ਕੀਮਤਾਂ ਪਹਿਲਾਂ ਨਾਲੋਂ ਵੱਧ ਹੋ ਗਈਆਂ ਨੇ। ਦਰਅਸਲ ਵੈਲਿਊ ਵਿਲੇਜ ਸਟੋਰ ਨੇ ਜੋ ਉੱਥੇ ਥ੍ਰਿਫਟਡ ਆਈਟਮਸ ਯਾਨੀ ਕਿ ਉਹ ਸਮਾਨ ਜਿਹੜਾ ਕਿ ਪਹਿਲਾਂ ਵਰਤਿਆ ਗਿਆ ਹੋਵੇ ਉਹ ਅੱਗੇ ਵੇਚਿਆ ਜਾਂਦਾ ਹੈ, ਪਰ ਉਸ ਦੇ ਵਾਸਤੇ ਵੀ ਰੇਟ ਜ਼ਿਆਦਾ ਹੋ ਗਏ ਨੇ, ਜਿਸ ਕਰਕੇ ਗ੍ਰਾਹਕਾਂ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਵੱਖੋ ਵੱਖਰੇ ਤਜਰਬੇ ਸਾਂਝੇ ਕੀਤੇ ਜਾ ਰਹੇ ਨੇ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲ ਤੋਂ ਉਹ ਵੈਲਿਊ ਵਿਲੇਜ ਤੋਂ ਸਮਾਨ ਖਰੀਦਦੇ ਆ ਰਹੇ ਨੇ, ਪਰ ਇੰਨਾ ਜ਼ਿਆਦਾ ਮਹਿੰਗਾ ਸਮਾਨ ਪਹਿਲਾਂ ਕਦੀ ਨਹੀਂ ਸੀ ਹੋਇਆ। ਇਸ ਸਮੇਂ ਹਰ ਚੀਜ਼ ਦੇ ਉੱਤੇ ਪ੍ਰਭਾਵ ਪੈ ਰਿਹਾ ਹੈ। ਮਹਿੰਗਾਈ ਵਧਣ ਕਰਕੇ ਆਮ ਲੋਕਾਂ ਦੇ ਵਾਸਤੇ ਰਹਿਣ ਤੇ ਖਾਣ ਪੀਣ ਵਾਸਤੇ ਵੀ ਵੱਡੀ ਚੁਣੌਤੀ ਬਣੀ ਹੋਈ ਹੈ। ਰਹਿਣ ਵਾਲੀਆਂ ਥਾਵਾਂ ਦੇ ਕਿਰਾਏ, ਘਰਾਂ ਦੇ ਰੇਟ, ਜਿਨ੍ਹਾਂ ਨੇ ਖਰੀਦਣੇ ਨੇ ਘਰ ਜਾਂ ਫਿਰ ਗਰੋਸਰੀ ਦਾ ਸਮਾਨ ਹੀ ਖਰੀਦਣਾ ਹੈ ਜੇਕਰ, ਉਸ ਦੇ ਵਾਸਤੇ ਵੀ ਰੇਟ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਇਸ ਸੰਬੰਧੀ ਗ੍ਰਾਹਕਾਂ ਦੇ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ। ਇੱਥੇ ਜ਼ਿਕਰਯੋਗ ਹੈ ਕਿ ਜਦੋਂ ਕੋਵਿਡ-19 ਦੀ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ, ਉਸ ਸਮੇਂ ਕੈਨੇਡਾ ਤੋਂ ਖੇਤੀਬਾੜੀ ਮੰਤਰੀ ਦੇ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ ਸੀ ਕਿ ਆਉਂਦੇ 2 ਸਾਲ ਦੇ ਵਿੱਚ ਖਾਣ ਪੀਣ ਦੇ ਸਮਾਨ ਦੇ ਰੇਟ ਕਾਫੀ ਵਧਣਗੇ, ਜੋ ਕਿ ਮਹਾਮਾਰੀ ਦਾ ਅਸਰ ਹੋਵੇਗਾ, ਕਿਉਂਕਿ ਮਹਾਮਾਰੀ ਦੀ ਸ਼ੁਰੂਆਤ ਵਿੱਚ ਕਾਮੇ ਨਹੀਂ ਸੀ ਮਿਲ ਰਹੇ, ਜਿਸ ਕਰਕੇ ਖੇਤੀਬਾੜੀ ਦੇ ਕੰਮ ਉੱਤੇ ਵੀ ਕਾਫੀ ਜ਼ਿਆਦਾ ਪ੍ਰਭਾਵ ਪਿਆ ਤੇ ਉਸ ਤੋਂ ਬਾਅਦ ਕਾਮੇ ਨਾ ਮਿਲਣ ਕਰਕੇ ਕਾਰਖਾਨਿਆਂ ਦੇ ਕੰਮ ਦੇ ਉੱਤੇ ਵੀ ਪ੍ਰਭਾਵ ਪਿਆ। ਅੱਗੇ ਜਾਣਕਾਰੀ ਕਿ ਟੋਰਾਂਟੋ ਵਿੱਚ ਇੱਕ ਡੋਲਰਾਮਾ ਸਟੋਰ ਨੇ 2 ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਥੇ ਆਉਣ ਤੋਂ ਬੈਨ ਕਰ ਦਿੱਤਾ। ਆਖਿਰ ਕਿਉਂ ਇਸ ਬੈਨ ਦੀ ਲੋੜ ਪਈ ਹੈ ਤੇ ਕੀ ਪੂਰਾ ਮਾਮਲਾ ਤੁਹਾਨੂੰ ਹੁਣ ਦੱਸਾਂਗੇ। ਟੋਰਾਂਟੋ ਵਿੱਚ ਇੱਕ ਡੋਲਰਾਮਾ ਸਟੋਰ ਜੋ ਕਿ 1500 ਰਾਇਲ ਯਾਰਕ ਰੋਡ ਦੇ ਉੱਤੇ ਟੋਰਾਂਟੋ ਵਿੱਚ ਮੌਜੂਦ ਹੈ, ਜਿਸ ਤੋਂ ਕੁਝ ਹੀ ਦੂਰੀ ਦੇ ਉੱਤੇ 2 ਸਕੂਲ ਨੇ ਤੇ ਉਹਨਾਂ ਦੋਵੇਂ ਸਕੂਲਾਂ ਤੋਂ ਕੁਝ ਵਿਦਿਆਰਥੀਆਂ ਦੇ ਵੱਲੋਂ ਬਾਰ-ਬਾਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਕਿ ਇਸ ਡੋਲਰਾਮਾ ਦੇ ਟੀਮ ਮੈਂਬਰਸ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉੱਥੇ ਇਹਨਾਂ ਦੋਵੇਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੈਨ ਕੀਤਾ ਜਾ ਰਿਹਾ ਹੈ। 2 ਸਕੂਲ ਜੋ ਕਿ ਇਸ ਸਟੋਰ ਤੋਂ ਕਰੀਬ 300 ਮੀਟਰ ਦੀ ਦੂਰੀ ਤੇ ਨੇ, ਯਾਰਕ ਮੈਮੋਰੀਅਲ ਕਾਲਜੀਏਟ ਇੰਸਟੀਚਿਊਟ ਤੇ ਇੱਕ ਹਿਲਟੌਪ ਮਿਡਲ ਸਕੂਲ। ਇਹਨਾਂ ਦੋਵਾਂ ਤੋਂ ਵਿਦਿਆਰਥੀ ਉਸ ਸਟੋਰ ਦੇ ਵਿੱਚ ਆ ਕੇ ਸਟੋਰ 'ਚ ਕੰਮ ਕਰਦੇ ਕਾਮਿਆਂ ਦੇ ਨਾਲ ਵੀ ਗਲਤ ਵਤੀਰਾ ਕਰਦੇ ਸੀ। ਇਸ ਦੇ ਬਾਰੇ ਵੀ ਸ਼ਿਕਾਇਤਾਂ ਸਾਹਮਣੇ ਆਈਆਂ। ਇਸ ਦੌਰਾਨ ਵਿਸਥਾਰ ਵਿੱਚ ਹਜੇ ਨਾ ਹੀ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਦੱਸਿਆ ਤੇ ਨਾ ਹੀ ਡੋਲਰਾਮਾ ਦੇ ਅਧਿਕਾਰੀਆਂ ਨੇ ਤੇ ਨਾ ਹੀ ਪੁਲਿਸ ਨੇ ਕਿ ਕੀ ਅਜਿਹਾ ਮਾਮਲਾ ਵਾਪਰਿਆ, ਪਰ ਇਸ ਦੇ ਵਿੱਚ ਇਹ ਦੱਸਿਆ ਗਿਆ ਕਿ ਬਾਰ-ਬਾਰ ਕਈ ਘਟਨਾਵਾਂ ਵਾਪਰੀਆਂ ਨੇ, ਇੱਥੋਂ ਤੱਕ ਕਿ ਸਟੋਰ ਦੀ ਟੀਮ ਨੂੰ ਪੁਲਿਸ ਨੂੰ ਵੀ ਬੁਲਾਉਣਾ ਪਿਆ, ਜਿਸ ਦੇ ਬਾਰੇ ਟੋਰਾਂਟੋ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਸਟੋਰ ਦੇ ਵਿੱਚ ਗਏ ਵੀ ਸੀ। ਇਸ ਦੌਰਾਨ ਕਿਸੇ ਦੇ ਉੱਤੇ ਵੀ ਕੋਈ ਮਾਮਲਾ ਦਰਜ ਨਹੀਂ ਹੋਇਆ, ਨਾ ਹੀ ਕੋਈ ਗ੍ਰਿਫਤਾਰੀ ਕੀਤੀ ਗਈ ਹੈ ਤੇ ਨਾ ਹੀ ਕਿਸੇ ਨੂੰ ਹਿਰਾਸਤ ਵਿੱਚ ਲਿਆ ਗਿਆ। ਪਰ ਇਹ ਐਲਾਨ ਇਸ ਡੋਲਰਾਮਾ ਸਟੋਰ ਦੇ ਵੱਲੋਂ ਜ਼ਰੂਰ ਕਰ ਦਿੱਤਾ ਗਿਆ ਕਿ ਦੋਵੇਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੱਥੇ ਤੋਂ ਬੈਨ ਕੀਤਾ ਜਾ ਰਿਹਾ ਹੈ। ਜਿਵੇਂ ਹੀ ਇਹ ਐਲਾਨ ਸਾਹਮਣੇ ਆਇਆ, ਉਸ ਤੋਂ ਬਾਅਦ ਇਹਨਾਂ ਸਕੂਲਾਂ ਦੇ ਕੁਝ ਵਿਦਿਆਰਥੀਆਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਗਈਆਂ ਕਿ ਕੁਝ ਦੀਆਂ ਗਲਤੀਆਂ ਦੇ ਕਰਕੇ ਹੋਰਾਂ ਨੂੰ ਵੀ ਭੁਗਤਾਨ ਕਰਨਾ ਪੈ ਰਿਹਾ ਹੈ, ਜਿਸ ਕਰਕੇ ਜਿਹੜੇ ਵਿਦਿਆਰਥੀਆਂ ਨੂੰ ਉੱਥੇ ਜਾਣ ਦੀ ਲੋੜ ਪੈਂਦੀ ਸੀ ਸਮਾਨ ਲੈਣ ਦੇ ਵਾਸਤੇ, ਹੁਣ ਉਹ ਵੀ ਨਹੀਂ ਜਾ ਸਕਣਗੇ, ਜੋ ਕਿ ਕਿਸੇ ਹੋਰ ਦੀ ਗਲਤੀ ਦਾ ਭੁਗਤਾਨ ਕਰ ਰਹੇ ਨੇ। ਟੋਰਾਂਟੋ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 30 ਮਾਰਚ ਨੂੰ ਉਹਨਾਂ ਨੂੰ ਹਮਲੇ ਦੇ ਮਾਮਲੇ ਸੰਬੰਧੀ ਬੁਲਾਇਆ ਗਿਆ ਸੀ ਇਸ ਸਟੋਰ ਦੇ ਵਿੱਚ।
ਤੇ ਇਸ ਤੋਂ ਇਲਾਵਾ ਵੀ ਹੋਰ ਕਈ ਮਾਮਲੇ ਵਾਪਰੇ ਨੇ, ਜਿਸ ਦੇ ਬਾਰੇ ਇਸ ਸਟੋਰ ਦੀ ਟੀਮ ਨੇ ਦਾਅਵਾ ਕੀਤਾ ਹੈ। ਅੱਗੇ ਜਾਣਕਾਰੀ ਜੋ ਆਟਵਾ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਕਿ ਉਸ ਦੇ ਵੱਲੋਂ ਕਈਆਂ ਦੇ ਉੱਤੇ ਹਮਲਾ ਕੀਤਾ ਗਿਆ। ਰਾਜਧਾਨੀ ਆਟਵਾ ਵਿੱਚ ਇੱਕ ਵਿਅਕਤੀ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੇ ਵਿੱਚ ਹਮਲਾ ਕਰਨ, ਧਮਕੀਆਂ ਦੇਣ, ਇਸ ਦੇ ਨਾਲ ਹੀ ਕਿਸੇ ਨੂੰ ਤੰਗ ਕਰਨ ਤੇ ਗਲਤ ਵਤੀਰਾ ਕਰਨ ਨਾਲ ਜੁੜੇ ਹੋਏ ਮਾਮਲੇ ਵੀ ਸ਼ਾਮਲ ਨੇ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਆਟਵਾ ਦੇ ਰਹਿਣ ਵਾਲੇ 62 ਸਾਲ ਦੇ ਨਿਊਲ ਕ੍ਰਿਸਟੋਫਰ ਮੂਨਲੀ ਨਾਮਕ ਵਿਅਕਤੀ ਦੇ ਉੱਤੇ ਇਹ ਮਾਮਲੇ ਦਰਜ ਹੋਏ ਨੇ, ਜਿਸ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਤੇ ਉਸ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਵੇਗਾ। ਦਰਅਸਲ ਮਾਰਚ 18 ਦਾ ਦਿਨ ਸੀ। ਸ਼ਾਮ ਨੂੰ 5:30 ਤੋਂ 6 ਵਜੇ ਦੇ ਦਰਮਿਆਨ ਸਟ੍ਰੈਂਡਰਡ ਡਰਾਈਵ ਦੇ ਉੱਤੇ ਕਈ ਵਪਾਰਾਂ ਵਿੱਚ ਇਹ ਵਿਅਕਤੀ ਗਿਆ, ਜਿੱਥੇ ਕਿ ਉਸਨੇ ਕਈ ਗ੍ਰਾਹਕਾਂ ਨੂੰ ਨਿਸ਼ਾਨਾ ਧਾਰਦੇ ਹੋਏ ਉਹਨਾਂ ਦੇ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਉਹਨਾਂ ਦੇ ਬਾਰੇ ਨਫ਼ਰਤੀ ਟਿੱਪਣੀਆਂ ਵੀ ਕੀਤੀਆਂ, ਜਿਸ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਾਹਕਾਂ ਦੇ ਉੱਤੇ ਇਸ ਵਿਅਕਤੀ ਨੇ ਜਦੋਂ ਹਮਲਾ ਕੀਤਾ ਤਾਂ ਵਪਾਰ ਦੇ ਵਿੱਚ ਪ੍ਰਾਪਰਟੀ ਦਾ ਨੁਕਸਾਨ ਵੀ ਕੀਤਾ। ਇਸ ਦੌਰਾਨ ਕੋਈ ਵੀ ਜ਼ਖਮੀ ਤਾਂ ਨਹੀਂ ਹੋਇਆ, ਬਚਾ ਰਿਹਾ, ਪਰ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਤੁਰੰਤ ਤੇ ਇਸ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੇ ਬਾਰੇ ਇਹ ਜਾਣਕਾਰੀ ਪੁਲਿਸ ਨੇ ਅੱਜ ਜਨਤਕ ਕੀਤੀ ਹੈ। ਹੁਣ ਤੁਹਾਨੂੰ ਦੱਸਾਂਗੇ ਕਿ ਜੋ 에ਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਤੋਂ ਵੈਨਕੂਵਰ ਦੇ ਵਾਸਤੇ ਜੋ ਸਿੱਧੀਆਂ ਫਲਾਈਟਾਂ ਜਾਂਦੀਆਂ ਨੇ 2 ਜੂਨ ਤੋਂ ਸਤੰਬਰ ਦੀ ਸ਼ੁਰੂਆਤ ਤੱਕ ਉਹ ਰੱਦ ਕੀਤੀਆਂ ਜਾ ਰਹੀਆਂ ਨੇ। ਜੇਕਰ ਤੁਸੀਂ ਬੁਕਿੰਗ ਕਰਵਾਈ ਹੋਈ ਹੈ ਤਾਂ ਆਪਣੇ ਆਪ ਉਹ ਰੀਸਕੈਜੂਲ ਹੋ ਜਾਵੇਗੀ, ਜਾਂ ਫਿਰ ਜਿਹੜੇ ਟਰੈਵਲ ਏਜੰਟ ਤੋਂ ਤੁਸੀਂ ਬੁਕਿੰਗ ਕਰਵਾਈ ਉਸ ਦੇ ਨਾਲ ਸੰਪਰਕ ਕਰ ਸਕਦੇ ਹੋ, ਜਿਸ ਦੇ ਵਿੱਚ ਮੁੱਖ ਕਾਰਨ ਦੱਸੇ ਗਏ ਨੇ ਕਿ ਜੋ ਯੂਕਰੇਨ ਤੇ ਰਸ਼ੀਆ ਦੀ ਇਸ ਸਮੇਂ ਜੰਗ ਚੱਲ ਰਹੀ ਹੈ, ਉਹਨਾਂ ਦੀ 에ਅਰ ਸਪੇਸ ਦੇ ਵਿੱਚੋਂ ਨਹੀਂ ਲੰਘਿਆ ਜਾ ਸਕਦਾ। ਰੂਟ ਬਦਲਣ ਦੇ ਕਰਕੇ ਰਾਹ ਜ਼ਿਆਦਾ ਲੰਮਾ ਹੋ ਗਿਆ, ਰਾਹ ਦੇ ਵਿੱਚ ਤੇਲ ਪਵਾਉਣ ਦੇ ਵਾਸਤੇ ਰੁਕਣ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ ਉਸ ਸਮੇਂ ਦੱਖਣੀ ਏਸ਼ੀਆ ਦੇ ਵਿੱਚ ਗਰਮੀ ਕਾਫੀ ਜ਼ਿਆਦਾ ਹੋਵੇਗੀ, ਉਸ ਕਰਕੇ ਵੀ ਜੋ ਮੌਸਮ ਵੀ ਹੈ ਉਸ ਨੂੰ ਵੀ ਮੁੱਖ ਰੱਖਦੇ ਆ। ਇਸ ਦੇ ਬਾਰੇ ਦੱਸਿਆ ਗਿਆ ਕਿ 에ਅਰ ਕੈਨੇਡਾ ਦੇ ਵੱਲੋਂ ਸਿੱਧੀਆਂ ਫਲਾਈਟਾਂ ਵੈਨਕੂਵਰ ਤੋਂ ਦਿੱਲੀ ਜੋ ਜੂਨ ਦੇ ਮਹੀਨੇ ਤੋਂ ਲੈ ਕੇ ਸਤੰਬਰ ਦੀ ਸ਼ੁਰੂਆਤ ਤੱਕ ਨਹੀਂ ਚਲਾਈਆਂ ਜਾਣਗੀਆਂ, ਜਦਕਿ ਟੋਰਾਂਟੋ ਤੇ ਮੌਂਟਰੀਅਲ ਤੋਂ ਫਲਾਈਟਾਂ ਜਾਰੀ ਰਹਿਣਗੀਆਂ। ਹਰ ਹਫਤੇ 11 ਫਲਾਈਟਾਂ, ਜਿਨ੍ਹਾਂ ਦੇ ਵਿੱਚੋਂ ਟੋਰਾਂਟੋ ਰੋਜ਼ ਇੱਕ ਫਲਾਈਟ ਦਿੱਲੀ ਤੱਕ ਜਾਵੇਗੀ, ਟੋਰਾਂਟੋ ਤੋਂ ਦਿੱਲੀ ਤੇ ਦਿੱਲੀ ਤੋਂ ਟੋਰਾਂਟੋ ਜਿਹੜੀ ਫਲਾਈਟ ਜਾਂਦੀ ਹੈ ਉਸ ਮੁਤਾਬਕ ਹੀ ਕੰਮ ਹੋਵੇਗਾ। ਤੇ ਜੋ ਮੌਂਟਰੀਅਲ ਤੋਂ ਇੱਕ ਹਫਤੇ ਵਿੱਚ 4 ਫਲਾਈਟਾਂ ਜਾਣਗੀਆਂ, ਇਸ ਦੇ ਬਾਰੇ ਦੱਸਿਆ ਗਿਆ ਕਿਉਂਕਿ ਉਹਨਾਂ ਦੇ ਰੂਟ ਵੱਖਰੇ ਨੇ, ਜਿਸ ਕਰਕੇ ਉਸ ਦੇ ਉੱਤੇ ਪ੍ਰਭਾਵ ਨਹੀਂ ਪਿਆ, ਪਰ ਵੈਨਕੂਵਰ ਤੋਂ ਜੋ ਫਲਾਈਟਾਂ ਨੇ ਉਹਨਾਂ ਨੂੰ ਰੱਦ ਕੀਤੇ ਜਾਣ ਦੇ ਬਾਰੇ ਦੱਸਿਆ ਗਿਆ ਹੈ। ਤਾਂ ਅਗਲੀ ਖਬਰ ਤੁਹਾਨੂੰ ਦੱਸਾਂਗੇ ਕਿ ਜੋ ਰਮਦਾਨ ਦੇ ਉੱਤੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕੁਝ ਲੋਕ ਸਭਾ ਮੈਂਬਰਾਂ ਦੇ ਨਾਲ ਮਿਲ ਕੇ ਭੋਜਨ ਕੀਤਾ ਗਿਆ। ਕੈਨੇਡਾ ਦੇ ਪਾਰਲੀਮੈਂਟ ਮੈਂਬਰ ਇਕੱਠੇ ਹੋਏ, ਜਿਸ ਦੇ ਵਿੱਚ ਮੁਸਲਿਮ ਭਾਈਚਾਰੇ ਤੋਂ ਜਿੰਨੇ ਲੋਕ ਸਭਾ ਮੈਂਬਰ ਨੇ ਉਹ ਵੀ ਸ਼ਾਮਲ ਸਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਹਿੱਸਾ ਲਿਆ ਕਿ ਸਾਰਿਆਂ ਨੇ ਇਕੱਠੇ ਬੈਠ ਕੇ ਭੋਜਨ ਖਾਧਾ। ਦਰਅਸਲ ਰਮਦਾਨ ਕਰਕੇ ਇਹ ਇਕੱਠਿਆਂ ਭੋਜਨ ਖਾਧਾ ਗਿਆ ਤੇ ਨਾਲ ਹੀ ਸ਼ਾਂਤੀ ਦਾ ਸੁਨੇਹਾ ਦਿੰਦੇ ਹੋਏ ਰਮਦਾਨ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ। ਤੇ ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਰਮਦਾਨ ਦੇ ਵਾਸਤੇ ਪਹਿਲਾਂ ਹੀ ਇੱਕ ਸੰਦੇਸ਼ ਜਾਰੀ ਕੀਤਾ ਜਾ ਚੁੱਕਿਆ ਹੈ। PNCN ਦੀ ਸਾਰੀ ਟੀਮ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਰਮਦਾਨ ਮੁਬਾਰਕ। Assalamu alaikum. Today, Muslims in Canada and around the world begin observing the sacred month of Ramadan. Whether it's getting together with family and friends, keeping fast, or sitting down for iftar, Ramadan means something different to everyone. But it remains one of the holiest holidays in the Muslim community. It's a time for prayer, a time for reflection and self-restraint, and a time to celebrate the values at the core of Islam. Values like peace, compassion, and generosity. The same values that have helped us throughout the pandemic. I'd like to recognize the incredible contributions of Muslim Canadians who stepped up to help those in need over the past 2 difficult years. And as we look forward to what comes next, this month is also a reminder for us all that we have a collective duty to reject Islamophobia and fight discrimination in all its forms. My friends, as restrictions begin to ease across the country, I look forward to joining you once again to give thanks for and to celebrate our many blessings together. From my family to yours, Sophie and I wish you a blessed and peaceful Ramadan. Ramadan.